Good morning, students. So, Bache, I hope you all are well and fine. So, yesterday we did about corrosion, Bache. ठीक है ना? By taking the example of rusting of iron. So, Bache, आज जो अपन एक topic cover करना है, that is cells and batteries. So, एक important application of electrochemistry. ठीक है ना? देखो बच्चे ਆਪਾਂ किन्ने ही appliances यूज करते हैं जेडे कि रन ऑन सेल्स एंड बैटरीज लाइक देखो टॉयज वी यूज है ना अलार्म क्लॉक्स या नॉर्मल क्लॉक्स टॉर्चेस कार्स दे रन ऑन बैटरीज ठीक है ना आप देखो एक बार जो स्टार्ट मारते हैं इट इज ऑन द बेसिस ऑफ अ बैटरी फिर अपने घर च इन्वर्टर्स होंगे ने एंड सेल फोन्स ठीक है सो ऑल दीज दे रन on the basis of batteries बच्चे ठीक है ना हुन देखो सो अपने कोल जो cells and batteries ने they are of two types जिन्होंने ਆਪਾਂ कहने हैं primary cells and secondary cells first of all तो देखो ਆਪਾਂ बैटरी ਨੂੰ डिफाइन किਵੇਂ करते हैं कि it is a combination of ठीक है ना बहुत सारे electrochemical cells कनेक्टेड इन सीरीज ਜਿਹਦੇ ਨਾਲ ਆਪਾਂ ਨੂੰ ਇੱਕ ਕਿਊਮੂਲੇਟਿਵ ਕਰੰਟ ਮਿਲਦਾ ਹੈ ਜਿਹਦੇ ਨਾਲ ਆਪਣਾ ਅਪਲਾਈਐਂਸ ਰਨ ਹੁੰਦਾ ਬੱਚੇ ਠੀਕ ਹੈ ਨਾ ਸੋ ਦੇਖੋ ਦੋ ਟਾਈਪ ਦੇ ਹੈ ਪ੍ਰਾਇਮਰੀ ਸੈਲਸ ਤੇ ਸੈਕੰਡਰੀ ਸੈਲਸ ਔਰ ਬੈਟਰੀਜ਼ ਪ੍ਰਾਇਮਰੀ ਸੈਲਸ ਕੀ ਹੈ ਬੱਚੇ ਜੋ ਵਨ ਟਾਈਮ ਯੂਜ਼ ਹੁੰਦੇ ਆ ਠੀਕ ਹੈ ਨਾ ਵਨ ਟਾਈਮ ਮਤਲਬ ਕਿ ਆਪਾਂ ਸੈੱਲ ਯੂਜ਼ ਕੀਤਾ ਜਦੋਂ ਸੈੱਲ ਖਤਮ ਹੋ ਗਿਆ ਆਪਾਂ ਉਸ ਨੂੰ ਡਿਸਕਾਰਡ ਕਰਤਾ ਇਹਦਾ ਮਤਲਬ ਕੀ ਹੈ ਕਿ ਉਹਦੇ ਵਿੱਚ ਜਿਹੜੀ ਸੈੱਲ ਰਿਐਕਸ਼ਨ ਹੈ ਉਹ ਸਿਰਫ एक सिंगल डायरेक्शन हो रही है आप उसको रिवर्स नहीं कर सकते ठीक है फॉर एग्जांपल देखो अपनी सेल रिएक्शन है अब वैसे ही मान के चल रहे हैं एक बार कि A plus B gives you C plus D सो ये सिंगल रिएक्शन है ये अपने रिएक्टेंट्स है ये अपने प्रोडक्ट्स है जो अपने रिएक्टेंट्स खत्म हो गए तो सेल विल स्टॉप वर्किंग हुन देखो दूसरे अपन ने लिखा सेकेंडरी सेल्स और बैटरीज ਤਾਂ ਸੈਕੰਡਰੀ ਸੈਲਸ ਔਰ ਬੈਟਰੀਜ਼ ਕਿਹੜੇ ਨੇ ਜਿਹੜੇ ਕਿ ਰੀਚਾਰਜੇਬਲ ਹੈ ਰੀਯੂਜ਼ੇਬਲ ਹੈ ਜਦੋਂ ਸੈੱਲ ਖਤਮ ਹੋ ਗਿਆ ਆਪਾਂ ਉਸ ਨੂੰ ਦੁਬਾਰਾ ਚਾਰਜ ਕਰਦੇ ਆ ਦੁਬਾਰਾ ਚਾਰਜ ਕਰਕੇ ਆਪਾਂ ਉਸ ਨੂੰ ਫੇਰ ਯੂਜ਼ ਕਰ ਲੈਂਦੇ ਆ ਬੱਚੇ ਠੀਕ ਹੈ ਨਾ ਸੋ ਉਹਦੇ ਵਿੱਚ ਕੀ ਹੁੰਦਾ ਹੈ ਸੋ ਆਪਣਾ ਲੌਜੀਕ ਕੀ ਹੈ ਕਿ ਜਿਹੜੇ ਉਹਦੇ ਵਿੱਚ ਸੈੱਲ ਰਿਐਕਸ਼ਨਸ ਹੋਣਗੀਆਂ ਦੇ ਆਰ ਰਿਵਰਸਿਬਲ ਉਹ ਦੋਨੋਂ ਡਾਇਰੈਕਸ਼ਨਸ ਹੋ ਸਕਦੀਆਂ ਫਾਰਵਰਡ ਵੀ ਐਂਡ ਬੈਕਵਰਡ ਵੀ ਹੁਣ ਦੇਖੋ ਰੋਦੇ ਹੁਣ ਅਗਰ ਇੱਕ ਸੈਕੰਡਰੀ ਸੈੱਲ ਹੈ ਤਾਂ A plus B gives you C plus D ਹੁਣ ਦੇਖੋ ਜਦੋਂ ਆਪਣਾ ਸੈੱਲ ਖਤਮ ਹੋ ਗਿਆ ਤਾਂ ਆਪਾਂ ਉਸ ਨੂੰ ਪਲੱਗ ਇਨ ਕਰ ਦਿੰਦੇ ਆ ਜਿਵੇਂ ਕਿ ਨਾਰਮਲ ਐਗਜ਼ਾਮਪਲ ਇਜ਼ ਆਪਣੇ ਮੋਬਾਈਲ ਫੋਨਸ ਠੀਕ ਹੈ ਨਾ ਤਾਂ ਜਿਹੜੇ ਮੋਬਾਈਲ ਫੋਨਸ ਹੈ ਦੇਖੋ ਜਦੋਂ ਆਪਣਾ ਮੋਬਾਈਲ ਸਵਿਚ ਆਫ ਹੋ ਜਾਂਦਾ ਹੈ ਜਾਂ ਬੈਟਰੀ ਡਾਊਨ ਹੁੰਦੀ ਹੈ ਆਪਾਂ ਉਸ ਨੂੰ ਪਲੱਗ ਇਨ ਕਰ ਦਿੰਦੇ ਆ ਤੇ ਉਹ ਰੀਚਾਰਜ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਉਦੋਂ ਸੈੱਲ ਰਿਐਕਸ਼ਨ ਰਿਵਰਸ ਹੋ ਜੂਗੀ C plus D ਦੁਬਾਰਾ A plus B ਦੇਣ ਲੱਗ ਜਾਣਗੇ ਆਪਣੇ ਰਿਐਕਟੈਂਟਸ ਦੁਬਾਰਾ ਜਨਰੇਟ ਹੋਣ ਲੱਗ ਜਾਣਗੇ ਤਾਂ ਆਪਣਾ ਜਿਹੜਾ ਸੈੱਲ ਹੈ ਉਹ ਕੰਮ ਕਰਨ ਲਈ ਦੁਬਾਰਾ ਰੈਡੀ ਹੋ ਜਾਂਦਾ ਹੈ ਸੋ ਇਨਡਾਇਰੈਕਟਲੀ ਮੈਂ ਕੀ ਕਹਿ ਸਕਦਾ ਹਾਂ ਫਾਰਵਰਡ ਰਿਐਕਸ਼ਨ ਚ ਇੱਕ ਕੈਮੀਕਲ ਰਿਐਕਸ਼ਨ ਦੇ ਨਾਲ ਮੈਨੂੰ ਇਲੈਕਟ੍ਰਿਸਿਟੀ ਮਿਲ ਰਹੀ ਹੈ ਜਿਹਦੇ ਨਾਲ ਮੇਰਾ ਅਪਲਾਈਐਂਸ ਚੱਲ ਰਿਹਾ ਹੈ ਯਾਨੀ ਕਿ ਇੱਕ ਰੀਚਾਰਜੇਬਲ ਜਾਂ ਸੈਕੰਡਰੀ ਸੈੱਲ ਜੋ ਹੈ ਜਦੋਂ ਉਹ ਆਪਾਂ ਉਸ ਤੋਂ ਕੰਮ ਲੈ ਰਹੇ ਹਾਂ ਇਟ ਇਜ਼ ਐਨ ਇਲੈਕਟ੍ਰੋਕੈਮੀਕਲ ਸੈੱਲ इट इज एन इलेक्ट्रोकेमिकल सेल ਜਦੋਂ ਬੱਚੇ ਆਪਾਂ ਉਸ ਨੂੰ ਰੀਚਾਰਜ ਤੇ ਲਗਾਤਾ ਤਾਂ ਹੁਣ ਆਪਾਂ ਉਸ ਨੂੰ ਐਕਸਟਰਨਲ ਸੋਰਸ ਤੋਂ ਇਲੈਕਟ੍ਰਿਸਿਟੀ ਦੇ ਰਹੇ ਹਾਂ ਤਾਂ ਸੈਲ ਰਿਐਕਸ਼ਨ ਹੋ ਰਹੀ ਹੈ ਰਿਵਰਸ ਡਾਇਰੈਕਸ਼ਨ ਚ ਯਾਨੀ ਕਿ ਡਿਊਰਿੰਗ ਰੀਚਾਰਜਿੰਗ ਇਟ ਇਜ਼ ਐਕਟਿੰਗ ਐਜ਼ ਐਨ ਇਲੈਕਟ੍ਰੋਲਾਈਟਿਕ ਸੈਲ ਸੋ ਜਦੋਂ ਆਪਾਂ ਉਸ ਤੋਂ ਕੰਮ ਲੈ ਰਹੇ ਹਾਂ ਫੋਰ ਐਗਜ਼ਾਮਪਲ ਆਪਾਂ ਆਪਣੇ ਮੋਬਾਈਲ ਫੋਨ ਤੇ ਗੱਲ ਕਰ ਰਹੇ ਹਾਂ ਇਟ ਇਜ਼ ਐਕਟਿੰਗ ਐਜ਼ ਐਨ ਇਲੈਕਟ੍ਰੋਕੈਮੀਕਲ ਸੈਲ ਜਦੋਂ ਆਪਣਾ ਮੋਬਾਈਲ ਫੋਨ ਰੀਚਾਰਜ ਹੋ ਰਿਹਾ ਇਟ ਇਜ਼ ਐਕਟਿੰਗ ਐਜ਼ ਐਨ ਇਲੈਕਟ੍ਰੋਲਾਈਟਿਕ ਸੈਲ ਬੱਚੇ ਠੀਕ ਹੈ ਨਾ ਸਿਮਿਲਰਲੀ ਦੇਖੋ ਨਾ ਆਪਣੇ ਕਾਰਾਂ ਦੇ ਵਿੱਚ ਲੈਡ ਸਟੋਰੇਜ ਬੈਟਰੀਜ਼ ਹੁੰਦੀਆਂ ਨੇ ਠੀਕ ਹੈ ਨਾ ਜਦੋਂ ਆਪਾਂ ਸੈਲਫ ਮਾਰ ਰਹੇ ਹਾਂ ਤਾਂ ਆਪਣੀ ਜਿਹੜੀ ਕਾਰ ਹੈ ਉਹ ਬੈਟਰੀ ਦੀ ਹੈਲਪ ਨਾਲ ਸਟਾਰਟ ਹੋ ਰਹੀ ਹੈ ਤਾਂ ਇਟ ਇਜ਼ ਐਕਟਿੰਗ ਐਜ਼ ਐਨ ਇਲੈਕਟ੍ਰੋਕੈਮੀਕਲ ਸੈਲ ਉਸ ਤੋਂ ਬਾਅਦ ਜਦੋਂ ਆਪਾਂ ਕਾਰ ਨੂੰ ਰਨ ਕਰਨਾ ਸ਼ੁਰੂ ਕਰਤਾ ਤਾਂ ਦੇਖੋ ਬੈਟਰੀ ਆਟੋਮੈਟਿਕਲੀ ਰੀਚਾਰਜ ਹੋ ਜਾਂਦੀ ਹੈ ਵਿਦ ਦ ਹੈਲਪ ਆਫ ਫਿਊਲ ਜੋ ਪੈਟਰੋਲ ਡੀਜ਼ਲ ਆਪਾਂ ਮਚਾ ਰਹੇ ਹਾਂ ਕਾਰ ਨੂੰ ਰਨ ਕਰਨ ਲਈ a portion is used for the recharge of the battery ਤਾਂ ਉਸ ਟਾਈਮ ਤੇ it is acting as an electrolytic cell ਯਾਨੀ ਕਿ ਆਪਾਂ ਨੂੰ ਜੇ ਪੁੱਛਿਆ ਜਾਵੇ ਕਿ ਜਦੋਂ ਆਪਾਂ ਸਟਾਰਟ ਬਟਨ ਦਬਦੇ ਆ ਆਪਣੀ ਕਾਰ ਦਾ ਤਾਂ ਉਦੋਂ ਬੈਟਰੀ ਕਿਸ ਦਾ ਕੰਮ ਕਰ ਰਹੀ ਹੈ ਇਲੈਕਟ੍ਰੋਕੈਮੀਕਲ ਸੈੱਲ
एंड जदों ड्यूरिंग द वर्किंग ऑफ द कार वो रिचार्ज हो रही है तो इट इज एक्टिंग एज एन इलेक्ट्रोलिटिक सेल। सो बच्चे अपने सिलेबस दो प्राइमरी सेल्स है एंड दो सेकेंडरी सेल्स है। जो प्राइमरी सेल्स अपने सिलेबस है दे आर ड्राई सेल एंड मर्क्यूरी सेल, ठीक है। एंड जो सेकेंडरी सेल्स अपने सिलेबस है दे आर lead storage battery and nickel cadmium storage battery। सो दो अपने सिलेबस च है, ठीक है ना। दो प्राइमरी सेल्स अपने सिलेबस च है, दो सेकेंडरी सेल्स। इन्हां विचों बच्चे प्राइमरी चो आपां ने ड्राई सेल नूं डिटेल च करना है, सेकेंडरी च लेड स्टोरेज बैटरी नूं आपां ने डिटेल च करना है, ठीक है ना। एंड एक चीज मैं तुहानूं ध्यान नाल दस दवां, देखो नो डाउट कि आपां नूं आना सारा कुछ ही चाहिए फॉर द अटेम्प्ट ऑफ कॉन्सेप्चुअल क्वेश्चंस। कोई 1 मार्क छोटे छोटे क्वेश्चंस आते हैं, एमसीक्यूज आते हैं, है ना। बट स्टिल जो मेन चीज है जो आप बैटरीज करनियां ने सानू जो बहुत चंगी तरह याद होना चाहिए दैट शुड बी कि बैटरी दे विच एनोड दा काम कौन कर रहा है, which substance is acting as cathode in the battery, which is your electrolyte, एनोड ते की रिएक्शन हो रही है बच्चे एंड कैथोड ते की रिएक्शन हो रही है, ठीक है ना। सो सिंस अपने को छोटे छोटे क्वेश्चंस आते हैं आजकल, ठीक है ना। तो बच्चे देखो एक क्वेश्चन तो आए मान के चलो कि ਤੁਹਾਡੇ +2 थ्योरी एग्जाम च रिलेटेड टू एनोड कैथोड इलेक्ट्रोलाइट एनोडिक रिएक्शन कैथोडिक रिएक्शन आंदा ही आंदा, ठीक है ना। सो ਆਪਾਂ ਨੂੰ ਇਹ ਪੰਜ ਚੀਜ਼ਾਂ ਅਗਰ ਲਰਨਡ ਹੈ ਤਾਂ ਇੱਕ ਤਰ੍ਹਾਂ ਦਾ ਐ ਮੰਨ ਕੇ ਚੱਲੋ ਕਿ ਆਪਾਂ ਨੂੰ ਬੈਟਰੀ ਚੰਗੀ ਤਰ੍ਹਾਂ ਲਰਨਡ ਹੈ, ਠੀਕ ਹੈ ਨਾ। ਹਾਂ ਇਨ ਐਡੀਸ਼ਨ ਟੂ ਥੀਸ ਆਪਾਂ ਨੂੰ ਡਰਾਈ ਸੈਲ ਤੇ ਲੈਡ ਸਟੋਰੇਜ ਬੈਟਰੀਜ਼ ਚ ਛੋਟੇ ਛੋਟੇ ਕੁਐਸਚਨਸ ਆਣਗੇ, ਉਹ ਨੋਟਸ ਦੇ ਵਿੱਚ ਮੈਂਸ਼ਨਡ ਹੈ ਸਾਰਾ ਡਿਟੇਲ, ਠੀਕ ਹੈ। ਆਪਾਂ ਉੱਥੋਂ ਜਾਂ ਬੁੱਕ ਚੋਂ ਪੜ੍ਹ ਸਕਦੇ ਹਾਂ। ਬਟ ਥੀਸ 5 ਮੇਜਰ ਪੁਆਇੰਟਸ ਇਹ ਸਾਨੂੰ ਟਿਪਸ ਤੇ ਲਰਨ ਹੋਣੇ ਚਾਹੀਦੇ ਨੇ ਆਪਣੇ ਚਾਰੋਂ ਦੇ ਚਾਰੋਂ ਸੈਲਸ ਦੇ, ਠੀਕ ਹੈ ਨਾ। ਸੋ ਨਾਓ ਵੀ ਸ਼ੈਲ ਸਟਾਰਟ ਆਫ ਵਿਦ ਆवर ਫਰਸਟ ਸੈਲ that is dry cell। so बच्चे firstly we shall discuss about dry cell। so हम देखो बच्चे जो dry cells ਹੁੰਦੇ ਆ, ਠੀਕ ਹੈ, ਉਹਨਾਂ ਦਾ basic structure ਕੀ ਹੁੰਦਾ ਹੈ, मतलब these are the most common form of cells जो ਆਪਾਂ normally market ਤੋਂ ਲੈ ਕੇ ਆਨੇ ਆ, ਠੀਕ ਹੈ ਨਾ। अपनी wall clocks वगैरह ਚ यूज करते हैं, toys ਚ यूज करते हैं, ठीक है ना। NX size ਦੇ pencil cells भी available ਹੁੰਦੇ ਨੇ। so these are the most common form of cells। ਹੁਣ ਦੇਖੋ ਬੱਚੇ ਬੇਸਿਕਲੀ ਸੈਲ ਦਾ ਸਟਰਕਚਰ ਕੀ ਹੁੰਦਾ ਹੈ। ਸੋ ਸੈਂਟਰ ਤੇ ਆਪਣੇ ਪਾਸ ਸੋ ਆਪਾਂ ਇੱਕ ਤਰ੍ਹਾਂ ਦਾ ਅਗਰ ਸੈਲ ਫਾਰਮੂਲੇਟ ਕਰੀਏ ਤਾਂ ਦੇਖੋ ਸੈਂਟਰ ਤੇ ਆਪਣੇ ਕੋਲ ਬੱਚੇ ਇੱਕ ਗ੍ਰੇਫਾਈਟ ਰੋਡ ਹੁੰਦੀ ਹੈ। ਸੋ ਦਿਸ ਇਜ਼ योर ग्रेफाइट रॉड। So at the center अपने पास बच्चे एक ग्रेफाइट रॉड होएगी, ठीक है। So ग्रेफाइट रॉड will be surrounded by एक black paste of manganese dioxide plus carbon coke, ठीक है। This will be surrounded by so अपने को last column दे विच एक पेस्ट होएगा ऑफ एमोनियम क्लोराइड प्लस जिंक क्लोराइड, ठीक है। दिस पेस्ट इट एक्ट्स एज एन इलेक्ट्रोलाइट। सो दिस पेस्ट इट एक्ट्स एज एन इलेक्ट्रोलाइट। जो एक ग्रेफाइट रॉड है इट एक्ट्स एज योर कैथोड। एंड फाइनली जो आउटर लेयर है this is of your zinc cylinder। ये zinc दी बनी होती है and this zinc acts as anode, ठीक है। so ये basic structure है अपने dry cell का, ठीक है। हम देखो होएगा कि so अपन 3 points तक कवर कर ले। zinc is acting as anode,
कैथोड का काम कर रहा है ग्रेफाइट रॉड विच इज सराउंडेड बाय अ ब्लैक पेस्ट ऑफ MnO2 प्लस कार्बन। इलेक्ट्रोलाइट का काम कर रहे हैं बच्चे अ पेस्ट ऑफ अमोनियम क्लोराइड एंड जिंक क्लोराइड। नाउ ਹੁਣ देखो मेरे एनोड ते की होएगा ऑफ कोर्स सब तो पहला एनोडिक रिएक्शन जिंक विल लूज इट्स इलेक्ट्रॉन्स टू फॉर्म जिंक 2+ आयंस। डन। सो जिंक दी ऑक्सीडेशन होगी बच्चे एनोड ते। डन। ठीक है। नाउ हुन अपनी कैथोडिक रिएक्शन की होएगी जो देखो रे हुन। सो दिस इज योर कैथोड। ठीक है। कैथोड इज सराउंडेड बाय मैंगनीज डाइऑक्साइड। जो मैंगनीज डाइऑक्साइड है ਉਹਦੇ ਵਿੱਚ ਮੈਂਗਨੀਜ਼ ਦੀ ਆਕਸੀਡੇਸ਼ਨ ਸਟੇਟ ਇਜ਼ +4। ਠੀਕ ਹੈ। ਹੁਣ ਰਿਐਕਸ਼ਨ ਕੀ ਹੋਏਗੀ ਦੇਖੋ। ਸੋ ਇਨ ਮੈਂਗਨੀਜ਼ ਡਾਈਆਕਸਾਈਡ ਪਲੱਸ ਜੋ ਦੋ ਇਲੈਕਟ੍ਰॉन्स ਆਪਾਂ ਇੱਥੋਂ ਲੂਜ਼ ਹੋਏ ਹੈ ਜ਼ਿੰਕ ਤੋਂ these two electrons will come fine plus जो अपना अमोनियम क्लोराइड है from the electrolyte so these ammonium ions will come। ठीक है। जो मैंगनीज डाइऑक्साइड है इट विल फॉर्म मैंगनीज ऑक्साइड द हाइड्रोक्साइड। फाइन। सॉरी मैंगनीज ऑक्साइड द हाइड्रोक्साइड। सो देखो ध्यान नाल मैंगनीज जो है इट हैज बीन रिड्यूस्ड फ्रॉम +4 टू +3। ऑक्सीजन इज -2 OH इज -1। ठीक है। सो मैंगनीज दी रिडक्शन होगी जिंक दी ऑक्सीडेशन होगी। ठीक है। नाउ हुन देखो ने प्लस अपने को रिलीज हो जाएगा एमोनिया। सो दिस एमोनिया विल बी रिलीज्ड। ठीक है। सो एमोनिया गैस रिलीज हो जाएगी। सो दिस इज योर कैथोडिक रिएक्शन एंड दिस इज योर एनोडिक रिएक्शन। ठीक है। इस इलेक्ट्रोकैमिकल रिएक्शन दे नाल आपां नूं इस तो करंट मिलेगा बच्चे जिस दे नाल अपना अप्लायंस रन करेगा। ठीक है। सो जेडे मैं ਤੁਹਾਨੂੰ 5 मेजर पॉइंट्स कहे सी ਉਹ ਤਾਂ ਆਪਾਂ ਨੇ ਕਵਰ ਕਰ ਲਏ। ਹੁਣ ਦੇਖੋ ਕਿਹੜੇ ਕਿਹੜੇ ਆ। जिंक cylinder is acting as anode, graphite rod surrounded by a black paste of manganese dioxide plus coke is acting as cathode, electrolyte is a paste of ammonium chloride and zinc chloride, anode ਤੇ zinc ਦੀ oxidation ਹੋ ਰਹੀ ਹੈ, cathode ਤੇ manganese is getting reduced from +4 to +3। ਹੁਣ ਇਹਦੇ ਵਿੱਚ ਬੱਚੇ ਕਨਸੈਪਚੁਅਲ ਕੁਐਸਚਨਸ ਆਪਣੇ ਕੋਲ ਕੀ ਕੁਝ ਬਣਦੇ ਆ। ਸੋ ਦੇਖੋ ਦ ਫਰਸਟ ਕਨਸੈਪਚੁਅਲ ਕੁਐਸਚਨ ਫਰਸਟ ਆਫ ਆਲ ਐਮੋਨੀਆ ਗੈਸ ਇਵੋਲਵ ਹੋ ਰਹੀ ਹੈ। ਠੀਕ ਹੈ ਨਾ ਵਿਚ ਇਜ਼ ਅ ਗੈਸ। ਠੀਕ ਹੈ। ਦੇਖੋ ਬੱਚੇ ਐਮੋਨੀਆ ਇਜ਼ ਗੈਟਿੰਗ ਇਵੋਲਵਡ ਵਿਚ ਇਜ਼ ਅ ਗੈਸ ਤੇ ਆਪਾਂ ਨੂੰ ਪਤਾ ਹੈ ਕਿ ਗੈਸਸ ਦੀ ਵੋਲਿਊਮ ਜ਼ਿਆਦਾ ਹੁੰਦੀ ਹੈ। ਦ ਕੁਐਸਚਨ ਕੈਨ ਆਲਵੇਜ਼ ਬੀ ਕਿ ਸਰ ਅਗਰ ਆਹ ਐਮੋਨੀਆ ਲਗਾਤਾਰ ਇਵੋਲਵ ਹੋ ਰਹੀ ਹੈ तो ये गैस है ਇਹਦੇ ਨਾਲ वॉल्यूम ਵਧੇਗੀ ਤਾਂ ਉਹਦੇ ਨਾਲ ਤਾਂ मतलब जो अंदर प्रेशर डेवलप हो जाएगा। फर्स्ट क्वेश्चन। ठीक है। सेकंड क्वेश्चन ਹੁਣ जिंक ਦੀ ऑक्सीडेशन हो रही है बच्चे। ठीक है ना। ਜਦੋਂ जिंक ਦੀ ऑक्सीडेशन हो रही है ਤਾਂ ਤੁਹਾਨੂੰ ਨਹੀਂ ਲੱਗਦਾ ਕਿ जिंक सिलेंडर करोड हो ਰਿਹਾ। ਆਪਾਂ ਨੇ ਕੱਲ ਕੀ ਪੜਿਆ ਕਿ ਮੈਟਲਸ ਦੀ ऑक्सीडेशन ਨੂੰ ਹੀ ਆਪਾਂ ਕਰੋਜਨ ਕਹਿੰਦੇ ਆ। ਸੋ ਕੀ ਹੋਏਗਾ ਹੌਲੀ ਹੌਲੀ ਜੋ ਆਪਣਾ ਡਿਊਰਿੰਗ ਯੂਜ਼ੇਜ जिंक सिलेंडर है वो जगह जगह तो करोड हो जाएगा एंड करोड होने करके जो अपना इलेक्ट्रोलाइट है इट विल स्टार्ट लीकिंग फ्रॉम द सेल। ਤੁਸੀਂ ਆਬਜ਼ਰਵ ਵੀ ਕੀਤਾ ਹੋਣਾ ਕਿ ਅਗਰ ਆਪਾਂ ਆਪਣੇ ਜਿਹੜੇ ਸੈਲਸ ਹੁੰਦੇ ਨੇ ਨਾਰਮਲੀ ਤੁਸੀਂ ਇਹ ਫੰਡਾ ਦੇਖੋਗੇ ਵਿਦ ਦ ਰਿਮੋਟ ਕੰਟਰੋਲਸ ਆਫ ਏਸੀਜ਼ ਕਿਉਂਕਿ ਜਦੋਂ ਆਪਾਂ ਏਸੀ ਨੂੰ ਇੱਕ ਵਾਰ ਯੂਜ਼ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਜਦੋਂ ਵਿੰਟਰ ਸੀਜ਼ਨ ਆ ਗਿਆ ਤਾਂ ਉਸ ਤੋਂ ਬਾਅਦ ਉਹ ਰਿਮੋਟ ਕੰਟਰੋਲਸ ਉਵੇਂ ਹੀ ਪਏ ਰਹਿੰਦੇ ਆ। ਠੀਕ ਹੈ ਨਾ। ਹੁਣ ਦੇਖੋ ਜਿਵੇਂ ਟੀਵੀ ਵਗੈਰਾ ਦੇ ਰਿਮੋਟ ਕੰਟਰੋਲ ਹੈ ਉਹ ਤਾਂ ਆਪਾਂ ਡੇਲੀ ਬੇਸ ਤੇ ਯੂਜ਼ ਕਰਦੇ ਹਾਂ। ਜੋ ਏਸੀਜ਼ ਹੈ ਵਾਂਸ ਦ ਵਿੰਟਰਸ ਆਰ ਔਨ ਉਹ ਏਸੀ ਦੇ ਰਿਮੋਟ ਕੰਟਰੋਲਸ ਇਦਾਂ ਹੀ ਪਏ ਰਹਿੰਦੇ ਆ ਕਿਤੇ ਨਾ ਕਿਤੇ ਆਪਾਂ ਨੂੰ ਐਂ ਵੀ ਨਹੀਂ ਪਤਾ ਹੁੰਦਾ ਕਿ ਕਿੱਥੇ ਪਏ ਆ ਤੇ ਨਾਰਮਲੀ ਪੀਪਲ ਦੇ ਫੋਰਗੇਟ ਟੂ ਰਿਮੂਵ ਦ ਸੈਲਸ। ਠੀਕ ਹੈ ਨਾ। ਤਾਂ ਤੁਸੀਂ ਦੇਖਿਆ ਹੋਵੇਗਾ ਬੱਚੇ ਕਿ ਅਗਲੇ ਸੀਜ਼ਨ ਦੇ ਵਿੱਚ ਜਦੋਂ ਆਪਾਂ ਉਸ ਨੂੰ ਯੂਜ਼ ਕਰਦੇ ਆ ਉਹ ਨਹੀਂ ਚੱਲਦਾ ਤੇ ਜਿਹੜੇ ਉਹਦੇ ਸੈਲਸ ਹੈ ਉਹ ਲੀਕ ਕਰ ਗਏ ਹੁੰਦੇ ਆ। ਇੱਕ ਲੀਕੇਜ ਆਈ ਵੀ ਹੁੰਦੀ ਹੈ ਬਾਹਰ ਜਿਹਦੇ ਨਾਲ ਉਹਦਾ ਸਾਰਾ ਜਿਹੜੇ ਉਹ ਅੰਦਰ ਸਪ੍ਰਿੰਗਸ ਵਗੈਰਾ ਹੁੰਦੇ ਨੇ ਉਹ ਸਭ ਗਲ ਜਾਂਦੇ ਆ। ਠੀਕ ਹੈ ਨਾ। ਤਾਂ ਉਹ ਲੀਕੇਜ ਹੋਣ ਦੇ ਚਾਂਸਸ ਇੱਥੇ ਪਰ ਤੁਸੀਂ ਕਦੇ ਵੀ ਦੇਖਿਆ ਹੋਵੇ ਡਿਊਰਿੰਗ ਯੂਜ਼ ਕਦੇ ਵੀ ਲੀਕੇजेस ਨਹੀਂ ਹੁੰਦੀਆਂ। ਠੀਕ ਹੈ ਨਾ। ਹਾਲਾਂਕਿ ਲੀਕੇਜ ਹੋਣ ਦੇ ਚਾਂਸ ਹੈ ਕਿਉਂਕਿ ਜ਼ਿੰਕ ਸਿਲੰਡਰ ਆਪਣਾ ਕਰੋਡ ਹੋ ਰਿਹਾ ਹੌਲੀ ਹੌਲੀ। ਤਾਂ ਦੇਖੋ ਇਹ ਦੋ ਪ੍ਰੋਬਲਮਸ ਤੋਂ ਆਪਾਂ ਕਿਵੇਂ ਬਚਦੇ ਹਾਂ। ਇੱਕ ਤਾਂ ਡਿਵੈਲਪਮੈਂਟ ਆਫ ਪ੍ਰੈਸ਼ਰ ਡਿਊ ਟੂ ਦ ਰਿਲੀਜ਼ ਆਫ ਅਮੋਨੀਆ ਔਰ ਇੱਕ ਜਿਹੜੀ ਆ ਲੀਕੇਜ ਹੁੰਦੀ ਹੈ ਇਹ ਲੀਕੇਜ ਕਿਉਂ ਨਹੀਂ ਹੁੰਦੀ। ਸੋ ਹੁਣ ਦੇਖੋ
इलेक्ट्रोलाइट का एमोनियम क्लोराइड वाला पार्ट अपन इत्थे यूज कर लिया। हुण की होएगा, जेड़ी आह एमोनिया गैस डेवलप हो रही है ये इलेक्ट्रोलाइट दे थर्ड सेकंड कंपोनेंट दे नाल रिएक्ट करेगी। सो देखो बच्चे, जिंक क्लोराइड ते अपने को एक सब्सटेंस बनता जाएगा जिंक एमोनिया ट्वाइस क्लोराइड। सो एक कॉम्प्लेक्स कंपाउंड बनूंगा जिंक एमोनिया ट्वाइस क्लोराइड, ठीक है, जो कि देखो हुण अपनी एमोनिया भी यूटिलाइज होगी, यानी कि अपना प्रेशर डेवलपमेंट की प्रॉब्लम खत्म। ते जिहड़ा ये सब्सटेंस है ये बच्चे इन्हां लीकेजेस नु फिल करता रहूगा। सो जिहड़ियां ये लीकेजेस है ये कदे भी डेवलप नहीं होणीਆਂ, ठीक है ना। ये सब्सटेंस जो है ये लीकेजेस नु फिल करता रहूगा, तो जिहड़ा अपना सेल है वो कदे भी ड्यूरिंग यूजेज लीक नहीं होगा। नाउ द क्वेश्चन कैन बी कि सर अगर लीकेज यूजेज के दौरान नहीं हुंदी तो व्हाई does the leakage occur when the cell is not in use? ਹੁਣ ਦੇਖੋ ਰੇ ਉਹਦਾ ਸਿੰਪਲ ਫੰਡਾ ਹੈ, ਧਿਆਨ ਨਾਲ ਦੇਖੋ कि जो अपने पास इलेक्ट्रोलाइट है जिंक के अंदर जो इलेक्ट्रोलाइट है वो बेसिकली केड़े सॉल्ट्स तो बनया होया, केड़ा सॉल्ट है एमोनियम क्लोराइड एंड जिंक क्लोराइड। हुण देखो एमोनियम क्लोराइड जो है बच्चे, सो देखो जो एमोनियम क्लोराइड है इट इज मेड अप फ्रॉम ammonia plus HCl. Ammonia is a weak base and HCl is a strong acid. Similarly, जो zinc chloride है वो बनेगा zinc hydroxide plus HCl. Again, zinc hydroxide is a weak base and HCl is a strong acid. So जो electrolyte है ये weak bases and strong acid तो बनया हुआ है, यानी कि ये overall nature की है acid. जेड़ा अपना इलेक्ट्रोलाइट है दैट इज एसिडिक इन नेचर। सो बच्चे ध्यान नाल करना है कि दैट इज एसिडिक इन नेचर, ते जेड़े एसिड्स हुंदे ने वो करोजन करदे हैं बच्चे, आपने कल ही कीता ना करोजन दा फंडा। तो जेड़े एसिड्स ने दे हेल्प इन करोजन, आप वैसे भी घरां च यूज करते हैं, ठीक है ना। अगर तेजाब किसी जगह ते गिर जाए तो उत्थों खुरदरी हो जाती है जगह, ठीक है ना, रफ हो जाती है। जेड़े एसिड्स हुंदे ने वो चीज नूं करोड करदे हैं, ठीक है ना। सो इसी तरीके नाल जिवें अगर तुसी सेल नू यूज नहीं करोगे तो सेल पिया रहेगा, ठीक है। तो इसे करके आप कहते हैं कि जो ड्राई सेल है अगर तुसी उसनू यूजेज च नहीं लेके आओगे तां भी ओदी लाइफ इनफाइनाइट नहीं हुंदी, क्योंकि जेड़ा इलेक्ट्रोलाइट है बीइंग एसिडिक वो हौली हौली जिंक सिलेंडर नू करोड करूगा, करोड करके लीक करके उस दे विचों बाहर आ जाऊगा एंड योर सेल विल स्टॉप वर्किंग। इस लीकेज ਨੂੰ ਪ੍ਰੀਵੈਂਟ ਕਰਨ ਲਈ ਤੁਸੀਂ ਦੇਖਿਆ ਹੋਊਗਾ ਬਾਹਰ ਇੱਕ ਕਾਰਡਬੋਰਡ ਸ਼ੀਟ ਲੱਗੀ ਹੁੰਦੀ ਹੈ। ਜਦੋਂ ਆਪਾਂ ਮਾਰਕੀਟ ਤੋਂ ਦੇਖੋ ਸੈੱਲ ਲੈ ਕੇ ਆਉਂਦੇ ਆ, ਜੋ ਐਵਰ ਰੈਡੀ ਦੇ ਸੈੱਲਸ ਹੁੰਦੇ ਨੇ ਦੇ ਆਰ ਬਲੂ ਔਰ ਰੈਡ ਇਨ ਕਲਰ, ਡਿਊਰਾ ਸੈੱਲ ਇਜ਼ ਬ੍ਰਾਊਨ ਬਲੈਕ ਇਨ ਕਲਰ। ਤੇ ਜਿਹੜੀ ਉਹ ਬਾਹਰ ਆਪਾਂ ਨੂੰ ਸ਼ੀਟ ਦਿਖ ਰਹੀ ਹੁੰਦੀ ਹੈ ਬੱਚੇ, ਦੈਟ ਇਜ਼ ਨਾਟ ਜ਼ਿੰਕ ਸਿਲੰਡਰ, ਠੀਕ ਹੈ ਨਾ। ਉਹ ਬੇਸਿਕਲੀ ਕਾਰਡਬੋਰਡ ਸ਼ੀਟਸ ਹੁੰਦੀ ਹੈ। ਦੇਖੋ ਇਸ ਜ਼ਿੰਕ ਦੇ ਬਾਹਰ ਇੱਕ ਸਟੀਲ ਦੀ ਸ਼ੀਟ ਲੱਗੀ ਹੁੰਦੀ ਹੈ, स्टील दे बाहर फिर एक कार्डबोर्ड शीट लगी होती है जस्ट टू प्रिवेंट द लीकेजेस। बट अगेन अगर तुसी सेल नू इनडेफिनेटली रखी रखोगे, चलाई जाओगे, तो बच्चे कदे ना कदे ता एट द एंड ऑफ द डे एसिड उसनू करोड करके बाहर आई जाएगा, ठीक है ना। सो दिस इज अबाउट द वर्किंग ऑफ ड्राई सेल, ठीक है ना। इसनू अपन ने चंगी तरह करना है। अच्छा, इसकी डिसएडवांटेज की है, क्योंकि जेडी इसकी डिसएडवांटेज है वो नेक्स्ट सेल ਦੇ ਵਿੱਚ ਐਡਵਾਂਟੇਜ ਹੋਣ ਵਾਲੀ ਹੈ, ਠੀਕ ਹੈ ਨਾ। ਡਰਾਈ ਸੈਲ ਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਕੀ ਹੁੰਦੀ ਹੈ ਕਿ ਇਹ ਆਪਾਂ ਨੂੰ ਫਿਕਸ ਵੋਲਟੇਜ ਨਹੀਂ ਦਿੰਦਾ, ਠੀਕ ਹੈ ਨਾ। ਇਹਦੀ ਵੋਲਟੇਜ ਵੇਰੀ ਕਰਦੀ ਹੈ। ਤੁਸੀਂ ਕਾਮਨਲੀ ਆਬਜ਼ਰਵ ਵੀ ਕੀਤਾ ਹੋਵੇਗਾ ਕਿ ਜਦੋਂ ਆਪਾਂ ਸੈਲਸ ਨਵੇਂ ਲੈ ਕੇ ਪਾਉਂਦੇ ਆ ਰਿਮੋਟ ਦੇ ਵਿੱਚ, ਹਨਾ, ਤਾਂ ਰਿਮੋਟ ਬੜਾ ਫਲੂਐਂਟਲੀ ਕੰਮ ਕਰਦਾ ਹੈ, ਠੀਕ ਹੈ ਨਾ। ਅਗਰ ਆਪਾਂ ਚੈਨਲ ਚੇਂਜ ਕਰਨਾ ਚਾਹੁੰਦੇ ਆ ਤਾਂ ਇੱਕ ਚੈਨਲ ਦੇ ਬਜਾਏ ਦੋ ਤਿੰਨ ਚੈਨਲ ਇਕੱਠੇ ਟੱਪ ਜਾਂਦੇ ਆ, ਠੀਕ ਹੈ ਨਾ। ਕੀਤਾ ਹੋਇਆ ਨਾ ਆਬਜ਼ਰਵ, ਠੀਕ ਹੈ। ਐਂਡ ਜਿਵੇਂ ਜਿਵੇਂ ਤੁਸੀਂ ਯੂਜ਼ ਕਰਦੇ ਰਹਿੰਦੇ ਹੋ ਉਹਦੀ ਵਰਕਿੰਗ ਘਟਦੀ ਰਹਿੰਦੀ ਹੈ, ਵੀਕ ਹੁੰਦਾ ਜਾਂਦਾ ਹੈ। ਆਪਾਂ ਨੂੰ ਹਾਰਡਲੀ ਪ੍ਰੈਸ ਕਰਨੇ ਪੈਂਦੇ ਆ ਬਟਨਸ, ਜ਼ੋਰ ਨਾਲ ਪ੍ਰੈਸ ਕਰਨੇ ਪੈਂਦੇ ਆ, ਫਿਰ ਰਿਮੋਟ ਚੱਲਦਾ ਹੈ। ਐਂਡ ਫਿਰ ਐਂਡ ਜੇ ਤਾਂ ਆਪਾਂ ਐਵੇਂ ਕਰਕੇ ਵੀ ਚਲਾਉਂਦੇ ਆ, ਠੀਕ ਹੈ ਨਾ। ਮਤਲਬ ਹੁੰਦਾ ਨਾ ਭਾਈ ਜ਼ੋਰ ਨਾਲ ਮਾਰ ਕੇ ਚਲਾਉਂਦੇ ਆ, ਠੀਕ ਹੈ ਨਾ। ਸੋ ਉਹ ਚੀਜ਼ਾਂ ਕਿਉਂ ਡਿਵੈਲਪ ਹੁੰਦੀਆਂ ਬੱਚੇ, ਕਿਉਂਕਿ ਜੋ ਸੈੱਲ ਹੈ ਉਸ ਤੋਂ ਜਿਹੜੀ ਆਪਾਂ ਨੂੰ ਵੋਲਟੇਜ ਮਿਲ ਰਹੀ ਹੈ ਉਹ ਵੋਲਟੇਜ ਵੇਰੀ ਕਰਦੀ ਹੈ। ਇਟ ਗਿਵਸ ਯੂ ਦ ਵੋਲਟੇਜ ਇਨ ਅ ਰੇਂਜ,
ठीक है ना। तो जिवें जिवें ਆਪਾਂ ਸੈੱਲ ਨੂੰ ਯੂਜ਼ ਕਰਦੇ ਰਹਿੰਦੇ ਆ the voltage obtained goes on decreasing and ultimately it stops working, ठीक है। so this is about dry cell। ਇਸ ਨੂੰ ਨੋਟਸ ਚੋਂ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਓ, ਠੀਕ ਹੈ ਨਾ। ਇਸ ਦੇ ਵਿੱਚੋਂ ਛੋਟੇ ਛੋਟੇ ਕਨਸੈਪਚੁਅਲ ਕੁਐਸਚਨਸ ਪਿਕ ਕਰ ਲਿਓ, ਠੀਕ ਹੈ ਨਾ। ਬਾਕੀ ਤੁਹਾਨੂੰ ਕੁਐਸਚਨਸ ਅਸਾਈਨਮੈਂਟ ਦੀ ਫਾਰਮਸ ਦਿੱਤੀ ਹੋਏ ਆ, ਉੱਥੋਂ ਜ਼ਿਆਦਾ ਕਲੀਅਰ ਹੋ ਜਾਊਗਾ, ਬਟ ਇੱਕ ਵਾਰ ਪਹਿਲਾਂ ਥਿਓਰੇਟਿਕਲੀ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਓ, ਠੀਕ ਹੈ। ਨਾਓ ਵੀ ਸ਼ੈਲ ਡਿਸਕਸ the next cell in your syllabus, that is mercury cell। so ਹੁਣ ਦੇਖੋ ਜਿਵੇਂ dry cell ਆਪਣੇ syllabus in detail ਹੈ, ਤਾਂ mercury cell ਦੇ ਬਾਰੇ ਆਪਾਂ ਨੇ ਸਿਰਫ ਔਰ ਸਿਰਫ ਕੀ ਕਰਨਾ ਹੈ, ਉਹੀ 5 points anode, cathode, electrolyte, anodic reaction, cathodic reaction, that's it, ठीक है। so now we shall start off with mercury cell। so ਬੱਚੇ ਜੋ mercury cells ਹੁੰਦੇ ਆ, they are mainly used in hearing aids, watches, wrist watches जो ਹੁੰਦੀ ਹੈ, cameras, ਤੁਸੀਂ ਦੇਖਿਆ ਹੋਣਾ ਬਿਲਕੁਲ ਛੋਟੇ ਸਾਈਜ਼ 'ਚ ਜਿਹੜੇ ਸੈਲਸ ਅਵੇਲੇਬਲ ਹੁੰਦੇ ਆ, ਠੀਕ ਹੈ ਨਾ। ਐਂਡ ਤੁਸੀਂ ਕਾਮਨਲੀ ਆਬਜ਼ਰਵ ਵੀ ਕੀਤਾ ਹੋਵੇਗਾ ਡਰਾਈ ਸੈਲ ਐਂਡ ਮਰਕਰੀ ਸੈਲ ਦਾ ਡਿਫਰੈਂਸ, ਕਿ ਜੋ ਆਪਣੀਆਂ ਵਾਲ ਕਲੌਕਸ ਹੁੰਦੀਆਂ, ਠੀਕ ਹੈ ਨਾ, ਉਹ ਸਲੋਲੀ ਉਹਨਾਂ ਦਾ ਟਾਈਮ ਜੋ ਹੁੰਦਾ ਉਹ ਸਲੋ ਚੱਲਣ ਲੱਗ ਜਾਂਦੀਆਂ, ਠੀਕ ਹੈ ਨਾ। ਲਾਈਕ ਆਪਾਂ ਆਬਜ਼ਰਵ ਕਰਨ ਲੱਗ ਜਾਂਦੇ ਆ ਕਿ ਅਗਰ ਵਾਚ 12:45 टाइम शो कर रही है तो एक्चुअल टाइम 1 o'clock होया हुआ है, मतलब योर वॉच इज रनिंग स्लो। क्यों? क्योंकि ਜਿਹੜੀ ਵੋਲਟੇਜ ਆਪਾਂ ਨੂੰ ਮਿਲ ਰਹੀ ਹੈ ਉਹ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ, ਜਦਕਿ ਇਹ ਚੀਜ਼ ਤੁਸੀਂ ਰਿਸਟ ਵਾਚਸ 'ਚ ਕਦੇ ਆਬਜ਼ਰਵ ਨਹੀਂ ਕੀਤੀ ਹੋਣੀ, ਕਿਉਂਕਿ ਰਿਸਟ ਵਾਚਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਮਰਕਰੀ ਸੈਲਸ ਜਿਨ੍ਹਾਂ ਦੀ ਵੋਲਟੇਜ ਫਿਕਸ ਹੁੰਦੀ ਹੈ। ਬੱਚੇ ਕਿੰਨੀ ਹੁੰਦੀ ਹੈ? 1.35 ਵੋਲਟ। ਜੋ ਡਰਾਈ ਸੈਲਸ ਹੁੰਦੇ ਨੇ, ਡਰਾਈ ਸੈਲਸ ਦੇ ਗਿਵ ਯੂ ਵੋਲਟੇਜ ਇਨ ਦ ਰੇਂਜ, dry cells they give you voltage in the range 1.2 ਤੋਂ ਲੈ ਕੇ 1.5 ਵੋਲਟ, ਠੀਕ ਹੈ ਨਾ। ਸੋ ਵੋਲਟੇਜ ਦੀ ਰੇਂਜ ਹੈ ਬੱਚੇ, ਦੇਖੋ ਜਦੋਂ ਤੁਸੀਂ ਨਵਾਂ ਡਰਾਈ ਸੈਲ ਮਾਰਕੀਟ ਤੋਂ ਲੈ ਕੇ ਆਏ ਹੋ, ਇਟ ਇਜ਼ ਪ੍ਰੋਵਾਈਡਿੰਗ ਯੂ ਦ ਵੋਲਟੇਜ ਆਫ 1.5 ਵੋਲਟਸ, ਐਂਡ ਜਦੋਂ ਤੁਸੀਂ ਉਸ ਨੂੰ ਡਿਸਕਾਰਡ ਕਰਦੇ ਹੋ ਉਹਦੀ ਵੋਲਟੇਜ ਡਿਕਰੀਜ਼ ਹੁੰਦੀ ਹੁੰਦੀ 1.2 ਤੱਕ ਆ ਜਾਂਦੀ ਹੈ। ਗੈਟਿੰਗ ਅ ਪੁਆਇੰਟ? ਸੋ this is the advantage of mercury cell over the dry cell। now your question can be कि sir ਇੱਥੇ voltage vary ਕਿਉਂ ਨਹੀਂ ਕਰਦੀ, ਹੈ ਨਾ। ਉਹਦਾ ਆਨਸਰ ਆਪਾਂ ਹੁਣੇ ਕਰਾਂਗੇ, ਠੀਕ ਹੈ। ਸੋ ਦੇਖੋ ਹੁਣ ਦੇਖੋ ਇਹਦੇ ਵਿੱਚ ਐਨੋਡ ਦਾ ਕੰਮ ਕੌਣ ਕਰਦਾ ਹੈ? ਅਗੇਨ ਜ਼ਿੰਕ। ਕੈਥੋਡ ਮਰਕੂਰਿਕ ਆਕਸਾਈਡ, ਜਿੱਥੇ ਮਰਕਰੀ ਦੀ ਵੈਲੈਂਸੀ ਕਿੰਨੀ ਹੋਗੀ ਬੱਚੇ? +2। ਇਲੈਕਟ੍ਰੋਲਾਈਟ ਦਾ ਕੰਮ ਕਰ ਰਿਹਾ ਅ ਪੇਸਟ ਆਫ KOH ਐਂਡ ਜ਼ਿੰਕ ਆਕਸਾਈਡ। ਹੁਣ ਦੇਖੋ ਜੀ ਐਨੋਡਿਕ ਰਿਐਕਸ਼ਨ ਕਿੱਦਾਂ ਹੁੰਦੀ ਹੈ। ਸੋ ਐਨੋਡ ਤੇ ਆਪਣਾ OH ਨੈਗੇਟਿਵ ਫਰੋਮ ਇਲੈਕਟ੍ਰੋਲਾਈਟ ਜਾਣਗੇ KOH ਤੋਂ, ਜ਼ਿੰਕ will get converted into zinc oxide plus water and 2 electrons release ਹੋ ਜਾਣਗੇ। ਸੋ ਜੋ ਜ਼ਿੰਕ ਹੈ that has been oxidized from 0 to +2। ਸੋ ਜ਼ਿੰਕ ਦੀ ਆਕਸੀਡੇਸ਼ਨ ਹੋਗੀ ਬੱਚੇ, ਠੀਕ ਹੈ। जो water and 2 electrons इसने रिलीज कीते हैं, they will come back to mercuric oxide at cathode। so ਉਹੀ ਬੱਚੇ water and electrons ਆਪਾਂ ਇਧਰ ਐਡ ਕਰ ਦੋ। ਸੋ ਦੇਖੋ ਇਹ ਕੀ ਬਣ ਜਾਏਗਾ ਆਪਣੇ ਕੋਲ? mercury plus 2OH minus। ਸੋ mercury ਦੀ ਦੇਖੋ ਬੱਚੇ ਰਿਡਕਸ਼ਨ ਹੋਗੀ from +2 ਤੋਂ 0। ਡਨ। ਨਾਓ ओवरऑल रिएक्शन अपने पास की बनी बचे? सो ओवरऑल रिएक्शन इज, देखो दोनों पासे वाटर, इलेक्ट्रॉन्स ये सब कटे गए, OH नेगेटिव भी कटा गया। ओवरऑल रिएक्शन इज जिंक प्लस मर्क्यूरिक ऑक्साइड गिव्स यू जिंक ऑक्साइड प्लस मर्क्यूरी, ठीक है। सो 0 तो +2 तो 0। ਸੋ ਅਗਰ ਧਿਆਨ ਨਾਲ ਦੇਖੀਏ ਤਾਂ ਆਪਣੇ ਕੋਲ ਇਲੈਕਟ੍ਰੋਲਾਈਟ ਦਾ ਕੋਈ ਵੀ ਆਇਨ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਿਹਾ ਓਵਰਆਲ ਰਿਐਕਸ਼ਨ 'ਚ। ਦੇਖੋ ਜੋ ਆਪਣਾ ਇਲੈਕਟ੍ਰੋਲਾਈਟ ਹੈ ਉਹਦੀ ਕਨਸੈਂਟ੍ਰੇਸ਼ਨ ਬੱਚੇ ਸੇਮ ਰਹੂਗੀ। ਦੇਖੋ ਧਿਆਨ ਨਾਲ, ਆਪਾਂ ਇੱਥੇ OH ਨੈਗੇਟਿਵ ਯੂਜ਼ ਕਰ ਰਹੇ ਹਾਂ, ਇੱਥੇ OH ਨੈਗੇਟਿਵ ਦੁਬਾਰਾ ਬਣ ਰਹੇ ਹੈ। ਸੋ ਵੋਲਟੇਜ ਕਨਸਟੈਂਟ ਹੋਣ ਦਾ ਰੀਜ਼ਨ ਇਹੀ ਹੈ। ਦੇਖੋ ਆਪਾਂ ਨੇ ਕੀ ਕੀਤਾ ਸੀ, ਜਦੋਂ ਆਪਾਂ ਨੇ ਨਰਨਸ ਦੀ ਇਕੁਏਸ਼ਨ ਕੀਤੀ ਸੀ, ਆਪਾਂ ਨੇ ਕਿਹਾ ਸੀ ਕਿ ਕਨਸੈਂਟ੍ਰੇਸ਼ਨ ਆਫ ਆਇਨਸ ਚੇਂਜ ਹੋਣ ਕਰਕੇ ਆਪਣੀ ਵੋਲਟੇਜ ਚੇਂਜ ਹੁੰਦੀ ਹੈ, ਠੀਕ ਹੈ ਨਾ। ਹੁਣ ਇੱਥੇ ਕੀ ਹੋ ਰਿਹਾ ਹੈ, ਇੱਥੇ ਕਿਸੇ ਵੀ ਇਲੈਕਟ੍ਰੋਲਾਈਟਿਕ ਸਪੀਸ਼ੀ ਦੇ ਆਇਨਸ ਦੀ ਕਨਸੈਂਟ੍ਰੇਸ਼ਨ ਵੇਰੀ ਨਹੀਂ ਕਰ ਰਹੀ, ਠੀਕ ਹੈ ਨਾ।
इस करके जितनी देर तक अपने रिएक्टेंट्स यूज हो रहे ने उतनी देर तक the voltage obtained from the cell will remain constant. So अगर अपन क्वेश्चन आता है कि why doesn't the voltage vary, why does not the voltage vary in case of mercury cell, आप लिखेंगे because the overall cell reaction does not involve any ions whose concentration can change. Done. So this is about mercury cell. So बच्चे major differences from dry cells की है दो, वो अपने नॉर्मल हैवी सेल्स ਦੇ ਵਿੱਚ ਯੂਜ਼ ਹੁੰਦਾ ਹੈ ਇਹ ਬੱਚੇ ਬਿਲਕੁਲ ਛੋਟੇ ਛੋਟੇ ਅਪਲਾਈਐਂਸਸ ਹੀਅਰਿੰਗ ਏਡਸ ਰਿਸਟ ਵਾਚਸ ਉਹਨਾਂ ਚ ਯੂਜ਼ ਹੁੰਦੇ ਨੇ ਐਂਡ ਜੋ ਮੇਨ ਡਿਫਰੈਂਸ ਹੈ ਕਿ ਡਰਾਈ ਸੈਲ ਉਹ ਆਪਾਂ ਨੂੰ ਕਨਸਟੈਂਟ ਵੋਲਟੇਜ ਅਪਲਾਈ ਨਹੀਂ ਕਰਦੇ ਜਦਕਿ ਦੇ ਸਪਲਾਈ ਯੂ ਅ ਕਨਸਟੈਂਟ ਵੋਲਟੇਜ ਜਿਹੜੀ ਕਿ ਡਿਊਰਿੰਗ ਦ ਵਰਕਿੰਗ ਆਫ ਦ ਸੈਲ ਵੇਰੀ ਨਹੀਂ ਕਰਦੀ ਠੀਕ ਹੈ ਸੋ with this we complete our primary cells. Now we shall start off with secondary cells, means those cells which can be recharged and reused. ਤੇ ਉਹਦੇ ਵਿੱਚੋਂ ਬੱਚੇ ਆਪਾਂ ਪਹਿਲਾਂ ਸਟਾਰਟ ਕਰਨਾ ਹੈ lead storage battery. ਸੋ ਬੱਚੇ lead storage battery ਦੇ ਵਿੱਚ ਆਪਣੇ ਪਾਸ एनोड ਦਾ ਕੰਮ ਕਰ ਰਿਹਾ ਹੈ lead fine ਠੀਕ ਹੈ जो कैथोड ਹੁੰਦਾ ਹੈ that is PbO2 lead dioxide यानी कि ਇੱਥੇ lead ਦੀ oxidation state is 0 and here it is +4 जो electrolyte ਹੁੰਦਾ ਬੱਚੇ that is concentrated H2SO4 which is 38% by mass concentrated H2SO4 ਆਪਾਂ concentrated ਦੀ ਬਜਾਏ aqueous H2SO4 ਲਿਖ ਦਿੰਦੇ ਹਾਂ which is 38% by mass whose density is 1.3 grams per ml. So electrolyte ਦਾ ਕੰਮ ਕੌਣ ਕਰ ਰਿਹਾ ਹੈ ਬੱਚੇ H2SO4 of density 1.3 grams per ml. Now so ਹੁਣ ਹੋਏਗਾ ਕੀ ਬੱਚੇ ਦੇਖੋ so your anode ਤੇ ਕੀ ਹੋ ਰਿਹਾ ਕੱਲਾ now at anode जो lead है बच्चे that will be oxidized to Pb+2 and दो इलेक्ट्रॉन्स वो रिलीज करेगा ठीक है सो Pb plus Pb+2 दो इलेक्ट्रॉन्स रिलीज होंगे एंड जिला ये Pb+2 है it will combine with sulfate ions SO4 2 negative ions from H2SO4 to give you PbSO4 lead sulfate so lead sulfate का PPT बन जाएगा बच्चे अच्छा मैं ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ lead storage battery ਆਪਾਂ ਕਿੱਥੇ ਯੂਜ਼ ਕਰਦੇ ਹਾਂ ਬੱਚੇ ਕਾਰਸ ਟਰੱਕਸ ਬੱਸਸ ਜੋ ਆਪਣੇ ਕਾਰਾਂ ਦੇ ਵਿੱਚ ਬੈਟਰੀਆਂ ਰੱਖੀਆਂ ਹੁੰਦੀਆਂ ਬੱਚੇ ਛੋਟੇ ਛੋਟੇ ਤੁਸੀਂ ਧਿਆਨ ਨਾਲ ਬੈਟਰੀ ਨੂੰ ਅਗਰ ਦੇਖਿਆ ਹੋਵੇ ਤਾਂ ਛੋਟੇ ਛੋਟੇ 5-6 ਸੈਲਸ 3 to 6 ਵੋਲਟਿਕ ਸੈਲਸ ਕੰਬਾਈਨ ਕਰਕੇ ਇੱਕ ਵੱਡੀ ਬੈਟਰੀ ਤਿਆਰ ਕੀਤੀ ਜਾਂਦੀ ਹੈ ਠੀਕ ਹੈ ਨਾ ਐਂਡ ਅਗਰ ਤੁਸੀਂ ਕਦੇ ਕਾਰ ਦਾ ਬੋਨਟ ਉਠਾ ਕੇ ਦੇਖੋਗੇ ਤਾਂ ਜਿੱਥੋਂ ਬੈਟਰੀ ਅੱਛਾ ਇਨਵਰਟਰਸ ਦੇਖ ਲਿਆ ਕਰੋ ਜਿੱਥੋਂ ਇਨਵਰਟਰ ਬੈਟਰੀ ਨਾਲ ਕਨੈਕਟਡ ਹੁੰਦਾ ਹੈ ਉੱਥੇ ਆਲੇ ਦੁਆਲੇ ਉਸਦੇ ਰਾਉਂਡ ਅਬਾਊਟ ਸਾਲਟ ਜੰਮਿਆ ਹੋਇਆ ਹੁੰਦਾ ਵਾਈਟ ਕਲਰ ਦਾ ਠੀਕ ਹੈ ਨਾ ਸੋ ਦੈਟ ਇਜ਼ ਯੋਰ ਪੀਪੀਟੀ ਠੀਕ ਹੈ ਨਾ ਆਪਾਂ ਇਹ ਨਹੀਂ ਕਹਿੰਦੇ ਕਿ ਮਤਲਬ ਕਿ ਵੀ ਬੈਟਰੀ ਤੋਂ ਬਾਹਰ ਆ ਰਿਹਾ ਸਾਰਾ ਬਟ ਕੁਝ ਨਾ ਕੁਝ ਲੀਕੇजेस ਤਾਂ ਇਨਵੋਲਵਡ ਹੁੰਦੀਆਂ ਬੱਚੇ ਸੋ ਦੇਖੋ ਹੁਣ PbSO4 ਦਾ ਪੀਪੀਟੀ ਬਣਦਾ ਜਾਊਗਾ ਠੀਕ ਹੈ ਨਾਓ ਹੁਣ ਆਪਣੇ ਕੋਲ ਕੈਥੋਡ ਤੇ ਕੀ ਹੋਏਗਾ ਦੇਖੋ ਸੋ ਐਟ ਕੈਥੋਡ जो PbO2 है so इथे lead कितना बचे +4 again this will be reduced to Pb+2 this will be reduced to Pb+2 आगे वाले दो इलेक्ट्रॉन्स एक्सेप्ट करके ठीक है सो देखो जो एक मिनट मैं इस रिएक्शन को बच्चे कंप्लीट करना है पहला अगली रिएक्शन देख लो जेड़ा ये Pb+2 है this will also combine with sulfate ions from H2SO4 to give again PbSO4 the PPT. So anode as well as cathode दोनों ते PbSO4 ਦਾ PPT ਬਣ ਰਿਹਾ ਹੁਣ ਦੇਖੋ ਤੁਸੀਂ ਕਿੰਨੇ H2SO4 ਯੂਜ਼ ਕਰ ਲਏ ਬੱਚੇ ਦੋ ਇੱਕ ਸਲਫੇਟ ਇੱਥੇ ਸੋ ਟੋਟਲ ਕਿੰਨੇ H ਯੂਜ਼ ਕਰ ਲਏ 4 ਸੋ O4H ਪੋਜ਼ਿਟਿਵ
ਤੁਸੀਂ ਇੱਥੇ ਐਡ ਕਰ ਦਿਓ along with these two electrons ਸੋ ਤੁਹਾਡੀ ਕੈਥੋਡਿਕ ਰਿਐਕਸ਼ਨ ਕੀ ਹੋਗੀ PbO2 plus 4H positive plus 2 electrons gives you Pb plus 2 ਇਹ ਆਕਸੀਜਨ ਤੇ ਹਾਈਡਰੋਜਨ ਮਿਲ ਕੇ ਆਪਸ ਵਿੱਚ ਕੀ ਬਣ ਗਏ ਦੋ ਵਾਟਰ ਮੋਲੀਕਿਊल्स डन क्लियर सो देखो थोड़ी एनोडिक रिएक्शन की हुई Pb gives you Pb plus 2 और Pb plus 2 सल्फेट नाल मिलके बन गया PbSO4 कैथोडिक रिएक्शन बचे PbO2 plus 4H positive plus 2 electrons gives you Pb plus 2 Pb plus 2 फिर सल्फेट नाल मिलके की बन गया PbSO4 अगर इन्हां नु कंबाइन कर दो सो देखो ओवरऑल रिएक्शन की होगी सो ओवरऑल सेल रिएक्शन सो कैथोड ते सीगा PbO2 डन एनोड ते सी बच्चे Pb दो मॉलिक्यूल्स आए H2SO4 ने डन हां जी हुन देखो एनोड ते फाइनली की बन गया PbSO4 कैथोड ते भी फाइनली की बन गया PbSO4 2 मोल्स प्लस नाल बने सी दो वाटर मॉलिक्यूल्स डन सो दिस इज योर ओवरऑल सेल रिएक्शन ठीक है ਇਹ ਹੋ ਰਿਹਾ ਬੱਚੇ ਐਕਚੁਅਲ ਦੇ ਵਿੱਚ ਲੈਡ ਸਟੋਰੇਜ ਬੈਟਰੀ ਚ ਆਈ ਹੋਪ ਦਿਸ ਇਜ਼ ਫਾਈਨ ਠੀਕ ਹੈ ਹੁਣ ਦੇਖੋ ਹੁਣ ਇਸ ਪੂਰੇ ਵਰਕਿੰਗ ਦੇ ਦੌਰਾਨ ਕੀ ਹੋ ਰਿਹਾ ਬੱਚੇ ਸੋ ਦੇਖੋ ਧਿਆਨ ਨਾਲ ਅਗਰ ਆਪਾਂ ਰਿਜ਼ਲਟ ਕੱਢੀਏ ਕਿ ਪੂਰੀ ਵਰਕਿੰਗ ਦੇ ਦੌਰਾਨ ਹੋ ਕੀ ਰਿਹਾ ਹੈ ਨੰਬਰ 1 PbSO4 is formed at both the electrodes so PbSO4 दोनों इलेक्ट्रोड्स से एज PPT बन रहे हैं ठीक है ना नंबर 2 H2SO4 कॉन्स्टेंटली यूज हो रहे हैं दोनों इलेक्ट्रोड्स से H2SO4 फाइनली रिएक्ट करके की बना रहे हैं बच्चे PbSO4 सो H2SO4 दी फाइनली जो डेंसिटी होगी इट विल कीप ऑन डिक्रीजिंग जो H2SO4 है अपन ने कितनी डेंसिटी तो स्टार्ट किया सी 1.3 ग्राम्स पर ml दोनों तरफ वो यूज हो रहा है तो हौली हौली उसकी डेंसिटी डिक्रीज होती जाएगी थर्ड जब बच्चे उसकी डेंसिटी when the density falls below 1.2 grams per ml the battery will stop working and you need a recharge so 1.2 grams per ml ਤੇ ਜਾ ਕੇ ਸੈੱਲ ਨੇ ਕੰਮ ਕਰਨਾ ਬੰਦ ਕਰ ਦੇਣਾ ਹੈ ਐਂਡ ਦੈਨ ਆਪਾਂ ਨੂੰ ਉਸ ਨੂੰ ਰੀਚਾਰਜ ਕਰਨਾ ਪਊਗਾ ਹੁਣ ਕੀ ਹੋਊਗਾ ਸੋ ਆਪਾਂ ਉਸ ਨੂੰ ਰੀਚਾਰਜ ਤੇ ਲਗਾਵਾਂਗੇ ਦੇਖੋ ਸੋ ਦੇਖੋ ਬੱਚੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਸੈਕੰਡਰੀ ਸੈਲਸ ਕੀ ਹੁੰਦੇ ਨੇ ਜਿਹਦੇ ਵਿੱਚ ਆਪਾਂ ਸੈਲ ਰਿਐਕਸ਼ਨ ਨੂੰ ਇਨਵਰਸ ਕਰ ਸਕੀਏ ਰਿਵਰਸ ਠੀਕ ਹੈ ਤੁਸੀਂ ਰੀਚਾਰਜ ਤੇ ਲਗਾਇਆ ਤਾਂ ਰੀਚਾਰਜ ਹੋਣ ਨਾਲ ਕੀ ਹੋ ਜਾਊਗਾ ਉਹੀ ਓਵਰਆਲ ਰਿਐਕਸ਼ਨ ਉਲਟਾ PbSO4 ਵਾਟਰ ਦੇ ਨਾਲ ਰਿਐਕਟ ਕਰਕੇ ਆਪਣੇ ਕੋਲ ਕੈਥੋਡ ਤੇ PbO2 बनना स्टार्ट हो जाएगा एनोड ਤੇ Pb बनना स्टार्ट हो जाएगा एंड H2SO4 अपना रीजनरेट होना शुरू हो जाएगा ਉਹਦੀ डेंसिटी इंक्रीज होनी शुरू हो जाएगी एंड योर सेल विल अगेन स्टार्ट वर्किंग यानी कि ਹੁਣ ਆਪਾਂ ਕੀ ਕਹਿਣਾ ਦੇਖੋ ਇਹੀ ਕੁਐਸਚਨ ਕੀ ਹੈ ਜਦੋਂ ਆਪਾਂ ਕਾਰ ਦੀ ਬੱਚੇ ਸੈਲਫ ਮਾਰਦੇ ਆ ਹਨਾ ਜਦੋਂ ਉਸ ਨੂੰ ਸਟਾਰਟ ਕਰਦੇ ਆ ਤਾਂ ਆਪਾਂ ਬੈਟਰੀ ਤੋਂ એનર્ਜੀ ਲੈ ਰਹੇ ਹਾਂ ਤਾਂ ਉਦੋਂ ਕੀ ਹੋ ਰਿਹਾ ਹੈ ਆਵਲੀ ਰਿਐਕਸ਼ਨ ਡਨ ਤੇ ਆਪਣੀ ਬੈਟਰੀ ਯੂਜ਼ ਹੋ ਰਹੀ ਹੈ ਜਦੋਂ ਤੁਹਾਡੀ ਕਾਰ ਰੋਡ ਤੇ ਰਨ ਕਰ ਰਹੀ ਹੈ ਫਿਊਲ ਮਚ ਰਿਹਾ ਬੈਟਰੀ ਰੀਚਾਰਜ ਹੋ ਰਹੀ ਹੈ ਉਦੋਂ ਆਹ ਵਾਲੀ ਰਿਐਕਸ਼ਨ ਹੋ ਰਹੀ ਹੈ ਡਨ ਠੀਕ ਹੈ सो दिस इज द वर्किंग ऑफ लेड स्टोरेज बैटरी बच्चे ठीक है ना सो इसको तुसी नोट्स विचों पूरी चंगी तरह पढ़ लेना है ठीक है कंप्लीटली रीड आउट कर लियो सो बच्चे दिस इज द वर्किंग ऑफ लेड स्टोरेज बैटरी ठीक है ना जस्ट मैं सुन एक बार फिर रिवाइज करवा दूंगा कि दिस इज यूज्ड इन हैवी व्हीकल्स लाइक कार्स बसेस ट्रक्स एटसेट्रा एनोड दा काम कर रहा है अपने को लेड कैथोड इज PbO2 एंड इलेक्ट्रोलाइट इज dilute या aqueous H2SO4 with a density of 1.3 grams per ml so बच्चे की होएगा during working anode ते lead will be converted to Pb+2 जो सल्फेट आयंस दे नाल मिलके PbSO4 देगा
कैथोड ते PbO2 जिथे lead की है +4 will be reduced to Pb+2 जो अगेन सल्फेट आयंस नाल मिलके PbSO4 देगा। सो अपने कोल मेन ऑब्जर्वेशंस की हुईयां कि दोनों इलेक्ट्रोड्स ते PbSO4 डिपॉजिट हो रहा है, H2SO4 कॉन्स्टेंटली यूज हो रहा है जिदे करके उसकी डेंसिटी विल फॉल डाउन एंड फाइनली जो उसकी डेंसिटी 1.3 ग्राम्स पर ml तो 1.2 ग्राम्स पर ml ते आ गई, योर बैटरी विल नीड अ रिचार्ज। ਜਦੋਂ ਆਪਾਂ ਉਸ ਨੂੰ ਰੀਚਾਰਜ ਤੇ ਲਗਾਵਾਂਗੇ ਤਾਂ ਜਿਹੜੀ ਸੈਲ ਰਿਐਕਸ਼ਨ ਹੈ ਬੱਚੇ ਉਹ ਇਨਵਰਸ ਹੋ ਜੂਗੀ। ਅਗੇਨ ਐਨੋਡ ਤੇ ਲੈਡ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਊਗਾ, ਕੈਥੋਡ ਤੇ PbO2 ਐਂਡ ਡੈਂਸਿਟੀ ਆਫ H2SO4 ਵਿਲ ਗੋ ਔਨ ਇਨਕਰੀਜ਼ਿੰਗ। ਠੀਕ ਹੈ ਨਾ। ਸੋ ਬੱਚੇ ਅੱਜ ਆਪਾਂ ਨੇ ਤਿੰਨ ਸੈਲਸ ਕਰ ਲਏ, ਦੋ ਪ੍ਰਾਇਮਰੀ ਸੈਲਸ ड्राई सेल एंड मर्क्यूरी सेल। एंड अगेन आई वुड लाइक टू टेल यू कि ड्राई सेल ते मर्क्यूरी सेल दा मेन आपस में डिफरेंस की है कि ड्राई सेल ਆਪਾਂ ਨੂੰ ਇੱਕ ਵੇਰੀਏਬਲ ਵੋਲਟੇਜ ਦਿੰਦਾ ਹੈ ਜਿਹੜੀ ਕਿ ਸਟਾਰਟਿੰਗ ਦੇ ਵਿੱਚ ਹੁੰਦੀ ਹੈ 1.5 ਵੋਲਟ ਦੇ ਕਰੀਬ ਐਂਡ ਡਿਊਰਿੰਗ ਯੂਜ਼ੇਜ ਉਹ ਡਿਕਰੀਜ਼ ਹੁੰਦੇ ਹੁੰਦੇ 1.2 ਤੇ ਆ ਜਾਂਦੀ ਹੈ ਐਂਡ ਦੈਨ योर सेल स्टॉप्स वर्किंग। जो मर्क्यूरी सेल है इट गिव्स यू अ कांस्टेंट वोल्टेज ऑफ 1.35 वोल्ट। ठीक है, तो ਉਹਦਾ रीजन ਕੀ ਸੀਗਾ कि जो ओवरऑल सेल रिएक्शन है it does not involve any ions जिस दी concentration varies with time। so ਜਦੋਂ ਕਿਸੇ ਦੀ concentration vary नहीं कर रही ਤਾਂ ਆਪਾਂ ਨੂੰ ਜਿਹੜੀ voltage ਮਿਲਦੀ ਹੈ ਉਹ ਵੀ constant ਮਿਲਦੀ ਹੈ ਬੱਚੇ। ਠੀਕ ਹੈ ਨਾ। ਇੱਕ ਆਪਾਂ ਨੇ ਸੋ ਦੋ ਇਹ ਆਪਾਂ ਨੇ ਪ੍ਰਾਇਮਰੀ ਸੈਲਸ ਕਰ ਲਏ, ਇੱਕ ਆਪਾਂ ਨੇ ਸੈਕੰਡਰੀ ਸੈਲ ਕਵਰ ਕਰ ਲਿਆ। ਠੀਕ ਹੈ, ਹੁਣ in the last lecture tomorrow ਆਪਾਂ दूसरा ਸੈਕੰਡਰੀ ਸੈਲ ਕਵਰ ਕਰਾਂਗੇ, ਨਿਕਲ ਕੈਡਮੀਅਮ ਸਟੋਰੇਜ ਬੈਟਰੀ। एंड एक ਆਪਾਂ ਨੇ ਕਰਨਾ ਹੈ ਬੱਚੇ ਫਿਊਲ ਸੈਲਸ। ਫਿਊਲ ਸੈਲਸ ਕੀ ਹੁੰਦੇ ਨੇ ਜਿਹੜੇ ਕਿ ਉੱਥੇ ਯੂਜ਼ ਹੁੰਦੇ ਨੇ। ਫਿਊਲ ਸੈਲਸ ਦਾ ਮਤਲਬ ਕੀ ਹੈ ਕਿ ਜਿੱਥੇ ਆਪਾਂ ਫਿਊਲਸ ਨੂੰ ਕਨਸਟੈਂਟਲੀ ਪ੍ਰੋਵਾਈਡ ਕਰਾਂਗੇ। ਠੀਕ ਹੈ ਨਾ, ਜਿਹੜੇ ਕਿ ਉੱਥੇ ਯੂਜ਼ ਹੁੰਦੇ ਨੇ ਜਿੱਥੇ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਇੱਕ ਕਨਸਟੈਂਟ ਸਪਲਾਈ ਆਫ એનર્ਜੀ ਦੀ, ਜਿੱਥੇ ਤੁਸੀਂ એનર્ਜੀ ਨੂੰ ਸ਼ਟ ਡਾਊਨ ਨਹੀਂ ਕਰ ਸਕਦੇ ਨਾਟ ਇਵਨ ਫॉर ਅ ਸੈਕਿੰਡ। ਠੀਕ ਹੈ ਨਾ, ਆਪਾਂ ਨੂੰ ਲਿਮਿਟਲੈਸ ਸਪਲਾਈ ਦੀ ਲੋੜ ਹੁੰਦੀ ਹੈ। ਠੀਕ ਹੈ, ਤਾਂ ਉਹ ਸਭ ਆਪਾਂ ਕੱਲ ਡਿਸਕਸ ਕਰਾਂਗੇ। ਠੀਕ ਹੈ, ਤਾਂ ਬੱਚੇ ਕੱਲ ਦੇ ਲੈਕਚਰ ਦੇ ਨਾਲ ਆਪਣਾ ਇਹ ਵਾਲਾ ਚੈਪਟਰ ਵੀ ਵਾਈਂਡ ਅਪ ਹੋ ਜਾਏਗਾ। ਠੀਕ ਹੈ, ਸੋ ਟੁਡੇ ਇਟ ਇਜ਼ ਵੈਂਸਡੇ। ਠੀਕ ਹੈ, ਸੋ ਥਰਸਡੇ ਨੂੰ ਆਪਾਂ ਇਸ ਚੈਪਟਰ ਨੂੰ ਵਾਈਂਡ ਅਪ ਕਰ ਰਹੇ ਹਾਂ। ਠੀਕ ਹੈ, ਫਰਾਈਡੇ ਯੂ ਵਿਲ ਬੀ ਗਿਵਨ ਅ ਰਿਵੀਜ਼ਨ ਅਸਾਈਨਮੈਂਟ ਡਨ and Saturday you will be having a test from the remaining part of this chapter yani ki electrochemical cells wala part. ठीक है, and on Sunday we'll start off with our next chapter, that is chapter number 5 in your book, isolation. ठीक है ना। सो बच्चे इस चैप्टर की तैयारी करनी शुरू कर दो from the test point of view and जो next week आएगा ਉਹਦੇ ਵਿੱਚ मैं इस chapter ਦਾ ਪੂਰੇ ਦਾ ਇੱਕ combined theory test ਵੀ ਰੱਖਾਂਗਾ। ਠੀਕ ਹੈ ਨਾ, ਜਿੱਦਾਂ ਕਿ ਪਹਿਲਾਂ ਆਪਾਂ ਲੈਣੇ ਆ, but ਉਸ ਤੋਂ ਪਹਿਲਾਂ on Saturday there will be an MCQs based test from the second part of this chapter electrochemical cells and जो next week ਹੋਏਗਾ ਉਹਦੇ ਵਿੱਚ ਆਪਾਂ ਇੱਕ theory test ਰੱਖਾਂਗੇ। ਉਸ theory test ਦਾ date and time ਮੈਂ ਤੁਹਾਨੂੰ confirm ਕਰ ਦੂੰਗਾ। ਠੀਕ ਹੈ ਨਾ। ਸੰਡੇ ਨੂੰ ਕਲਾਸ ਵੈਰੀ ਮਚ ਔਨ ਹੋਊਗੀ ਜਿ ਪਿਛਲੇ ਸੰਡੇ ਦੀ ਤਰ੍ਹਾਂ। ਠੀਕ ਹੈ ਨਾ, ਤੇ ਸੰਡੇ ਨੂੰ ਵੀਲ ਬੀ ਸਟਾਰਟਿੰਗ ਆਫ ਵਿਦ ਆਰ ਨੈਕਸਟ ਚੈਪਟਰ। ਠੀਕ ਹੈ, ਸੋ ਬੱਚੇ ਇਸ ਚੈਪਟਰ ਨੂੰ ਪੜ੍ਹਦੇ ਰਹੋ ਚੰਗੀ ਤਰ੍ਹਾਂ। ਇਹ ਸੈਲਸ ਐਂਡ ਬੈਟਰੀਜ਼ ਥੀਸ ਆਰ ਅ ਸ਼ੋਰ ਸ਼ਾਰਟ ਕੁਐਸਚਨ ਫॉर ਐਨੀ ਥਿਉਰੀ ਜਾਂ ਕੰਪੀਟੀਟਿਵ ਐਗਜ਼ਾਮ। ਠੀਕ ਹੈ, लॉजिक बेस्ड क्वेश्चंस भी आ सकते हैं अगर टीचर ने थोड़ा टेस्ट करना है सुनू, और अगर सिंपल क्वेश्चन पाना है तो डेफिनेटली दीज 5 थिंग्स यू नीड टू नो वेरी नाइसली कि एनोड का काम कौन कर रहे हैं, कैथोड कौन है, इलेक्ट्रोलाइट केड़ा यूज कर रहे हैं ਆਪਾਂ, एनोड ते केड़ी रिएक्शन हो रही है एंड कैथोड ते केड़ी रिएक्शन हो रही है। ठीक है बच्चे, सो कीप रिवाइजिंग एंड कीप स्टडिंग बच्चे, कीप योरसेल्फ फिट एंड फाइन। थैंक्स अ लॉट।